ਬਾਰਿਸ਼ ਵਾਸਤੇ ਕਹਿਣਗੇ। ਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕੀ ਕਿਹਾ, ਕਹਿਣ ਲੱਗੇ ਵੀ ਉਹਨੇ ਭਰੋਸਾ ਬਣਾ ਲਿਆ ਸੀ। ਆਖੋ ਸਤਨਾਮ ਸ੍ਰੀ। ਕਹਿੰਦੇ ਉਹਦੇ ਭਰੋਸੇ ਦਾ ਸਦਕਾ ਅੱਜ ਉਹਨੂੰ ਆਪਾਂ ਬਰੀ ਕਰਾ ਦੇਣਾ। ਸ਼ਾਮਾਂ ਨੂੰ ਉਹ ਬਰੀ ਹੋ ਗਿਆ, ਆਪਣੇ ਘਰ ਚਲੇ ਗਿਆ। ਸਮਾਂ ਲੰਘਦਾ ਗਿਆ। ਇੱਕ ਦਿਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਫਿਰ ਆਸਣ ਤੇ ਸੁਭਾਏ ਮਾਨ ਬੈਠੇ ਨੇ ਤੇ ਬਾਬਾ ਰਤਨ ਸਿੰਘ ਨੂੰ ਅੱਜ ਫਿਰ ਕਹਿਣ ਲੱਗੇ, ਰਤਨ ਸਿਆਂ ਅੱਜ ਵੀ ਉਹ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚ ਗਿਆ ਹੈ। ਆਖੋ ਸਤਨਾਮ ਸ੍ਰੀ। ਦੇਖੋ ਦ੍ਰਿਸ਼ਟੀ ਵਾਲੇ ਮਹਾਂਪੁਰਖ, ਸਮਰੱਥਾ ਵਾਲੇ ਮਹਾਂਪੁਰਖ ਕਹਿਣ ਲੱਗੇ, ਰਤਨ ਸਿਆਂ ਅੱਜ ਉਹ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚਿਆ ਹੈ। ਬਾਬਾ ਜੀ ਕੌਣ? ਕਹਿੰਦੇ ਜਿੰਨੇ ਪੁੰਨਿਆਂ ਦੀ ਰਾਤ ਰੌਲਾ ਪਾਇਆ ਸੀ। ਆਖੋ ਸਤਨਾਮ ਸ੍ਰੀ। ਤੇ ਕੀ ਬਾਬਾ ਜੀ ਤੁਹਾਡੀਆਂ ਤੁਸੀਂ ਜਾਣੋ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਬਾਬਾ ਜੀ ਤੁਹਾਡੀਆਂ ਗਤੀਆਂ ਨੂੰ ਤੁਮਰੀ ਗਤਮਿਤ ਤੁਮ ਹੀ ਜਾਣ। ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਰਤਨ ਸਿਆਂ ਉਹਨੇ ਵਹੀ ਭਰੋਸਾ ਕੀਤਾ ਸੀ। ਆਖੋ ਸਤਨਾਮ ਸ੍ਰੀ। ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬਚਨਾਂ ਤੇ ਭਰੋਸਾ ਕਰ ਲਿਆ। ਉਹਦਾ ਸਦਕਾ ਬਾਬਾ ਜੀ ਕਹਿਣ ਲੱਗੇ ਅੱਜ ਉੱਥੋਂ ਵੀ ਕਾਗਜ਼ ਪੜਵਾ ਦੇਣੇ। ਆਖੋ ਸਤਨਾਮ ਸ੍ਰੀ। ਸੰਤਨ ਮੋਕੋ ਪੂੰਜੀ ਸੌਂਪੀ तो उतरिया मन का धोखा, धर्म राय अब कहाँ करे गो जो फाट्यो। धर्म राय दर कागद फारे, जन नानक लेखा समझ। तो बाबा नंद सिंह जी बैठे सन। बैठिया हाथ विच पेपर सी, पाड़ के कहन लगे ਅੱਜ ਉਹਦੇ ਲੇਖੇ ਸਾਫ਼ ਕਰ ਦਿੱਤੇ ਆ। ਉਹਨੂੰ ਦਰਗਾਹ ਵਿੱਚ ਭੇਜ ਦਿੱਤਾ ਹੈ। ਉਹਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭੇਜ ਦਿੱਤਾ ਹੈ। ਪਿਆਰੀ ਸਾਧ ਸਿੰਘ ਸਕਿੰਟਾਂ ਦੀਆਂ ਗੱਲਾਂ ਤਾਈਓ ਤੋਂ ਬਾਣੀ ਨੇ ਆਖਿਆ ਹੈ, ਸਾਧ ਕੀ ਮਹਿਮਾ ਵੇਦ ਨਾ। ਤੇ ਕਹਿੰਦੇ ਮਹਾਂਪੁਰਸ਼ਾਂ ਦਾ ਜਿਹੜਾ ਕਿਹਾ ਨਾ, ਜਿਹੜਾ ਮਹਾਂਪੁਰਸ਼ਾਂ ਦਾ ਬੋਲਿਆ, ਉਹ ਇੱਥੇ ਵੀ ਤੇ ਦਰਗਾਹ ਵਿੱਚ ਵੀ ਬਾਣੀ ਦਾ ਬਚਨਿਆ। ਜਾਂ ਕਾ ਕਹਿਆ ਦਰਗੇ ਚੱਲੇ, ਸੋ ਕਿਸ ਕੋ ਨਦਰ ਲੈ ਆਵੇ। ਕਹਿੰਦੇ ਮਹਾਂਪੁਰਸ਼ਾਂ ਦਾ ਬੋਲਿਆ ਹੋਇਆ ਇੱਥੇ ਵੀ ਅਤੇ ਦਰਗਾਹ ਵਿੱਚ ਵੀ ਪ੍ਰਵਾਨ ਹੁੰਦਾ ਹੈ। ਜੋ ਜੋ ਕਹੇ ਠਾਕੁਰ ਭੈ ਸੇਵਕ, ਸੋ ਤਤ ਕਾਲ ਹੋਇਆ। ਕਹਿੰਦੇ ਮਹਾਂਪੁਰਖਾਂ ਨੇ ਕਹਿ ਦਿੱਤਾ ਤੇ ਪਿਆਰੀ ਸਾਧ ਸਿੰਘ ਰੱਬ ਨੇ ਮੰਨ ਲਿਆ। ਆਖੋ ਸਤਨਾਮ ਸ੍ਰੀ। ਕਿਉਂ ਰੱਬ ਵੀ ਇਹ ਗੱਲ ਕਹਿੰਦਾ ਹੈ, ਪਰਮਾਤਮਾ ਵੀ ਇਹ ਗੱਲ ਕਹਿੰਦਾ ਹੈ ਕਿ ਮੇਰਾ ਕੋਈ ਸਰਾਪਿਆ ਹੋਵੇ, ਮੇਰਾ ਕੋਈ ਬੰਨਿਆ ਹੋਵੇ ਤੇ ਮਹਾਂਪੁਰਖ ਛੁਡਾ ਦਿੰਦੇ ਨੇ। ਪਰ ਜੇ ਕਿਸੇ ਮਹਾਂਪੁਰਖ ਦਾ ਬੰਨਿਆ ਹੋਇਆ ਉਹ ਮੈਂ ਨਹੀਂ ਛੁਡਾ ਸਕਦਾ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਟੇ। ਕਹਿੰਦੇ ਮੇਰਾ ਕੋਈ ਸਰਾਪਿਆ ਹੋਵੇ ਤੇ ਮਹਾਂਪੁਰਖ ਬਖਸ਼ ਦਿੰਦੇ ਨੇ। ਪਰ ਜੇ ਕਿਸੇ ਮਹਾਂਪੁਰਖ ਦਾ ਸਰਾਪਿਆ ਹੋਵੇ ਤੇ ਰੱਬ ਕਹਿੰਦਾ ਮੈਂ ਵੀ ਨਹੀਂ ਬਖਸ਼ਦਾ। ਆਖੋ ਸਤਨਾਮ ਸ੍ਰੀ। ਪਿਆਰੀ ਸਾਧ ਸੰਗਤ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅਥਾਹ ਸ਼ਰਧਾ ਦੇ ਨਾਲ, ਅਟੁੱਟ ਪ੍ਰੇਮ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਮਾਈ ਕਰਕੇ ਕੀ ਕੀਤਾ, ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਸੇਵਾ ਕਰਕੇ ਕੀ ਕੀਤਾ, ਗੁਰੂ ਨਾਨਕ ਨੂੰ ਸਾਹਮਣੇ ਬਿਠਾ ਲਿਆ ਸੀ। ਆਖੋ ਸਤਨਾਮ ਸ੍ਰੀ। ਇਤਿਹਾਸ ਵਿੱਚ ਜਾਂ ਭਗਤ ਧੰਨਾ ਜੀ ਦਾ ਜ਼ਿਕਰ ਆਉਂਦਾ ਹੈ। ਉਹਨੇ ਇੰਨਾ ਅਟੁੱਟ ਵਿਸ਼ਵਾਸ ਬਣਾਇਆ
ਕਿ ਪੱਥਰ ਵਿੱਚੋਂ ਰੱਬ ਪੈਦਾ ਕੀਤਾ। ਤੇ ਬਾਬਾ ਜੀ ਕਹਿੰਦੇ ਸਨ ਜੇ ਧੰਨੇ ਦਾ ਪੱਥਰ ਰੱਬ ਬਣ ਸਕਦਾ ਹੈ, ਉਹਦੀ ਭਾਵਨਾ ਰੱਬ ਬਣਾ ਸਕਦੀ ਆ, ਤੇ ਬਾਬਾ ਜੀ ਕਹਿੰਦੇ ਸਨ ਇਹ ਤਾਂ ਹੈ ਹੀ ਪ੍ਰਗਟ ਗੁਰਾਂ ਕੀ ਦੇ, ਆਖੋ ਸਤਨਾਮ ਸ੍ਰੀ। ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ। ਅੰਮ੍ਰਿਤ ਵੇਲਾ ਹੈ। ਸੇਵਾਦਾਰ ਨੇ ਆ ਕੇ ਬਾਬਾ ਜੀ ਨੂੰ ਦੱਸਿਆ, ਬਾਬਾ ਜੀ ਭਾਈ ਸੰਤਾ ਸਿੰਘ ਜੀ ਨੂੰ ਆਵਾਜ਼ ਮਾਰੀ ਸੀ, ਉਹ ਉੱਠਿਆ ਨਹੀਂ। ਉਹਨੂੰ ਆਵਾਜ਼ ਦਿੱਤੀ, ਉਹ ਉੱਠਿਆ ਨਹੀਂ। ਇਉਂ ਲੱਗਦਾ ਹੈ ਉਹ ਸਰੀਰ ਛੱਡ ਗਿਆ, ਸਰੀਰ ਛੱਡ ਗਿਆ। तो बाबा नंद सिंह जी महाराज नितनेम करते सन। 2:15 ਦਾ ਟਾਈਮ ਸੀ ਅੰਮ੍ਰਿਤ ਵੇਲੇ ਦਾ। ਜਿਹੜਾ ਬਾਬਾ ਜੀ ਨੇ ਬਚਨ ਕੀਤਾ, ਦੇਖੋ ਆਪਦੇ ਮਾਲਕ ਦੇ ਚਰਨਾਂ ਤੇ ਭਰੋਸਾ ਕਰਕੇ ਕੀ ਬਚਨ ਕੀਤਾ। ਕਹਿਣ ਲੱਗੇ ਸਾਡੇ ਪੁੱਛੇ ਤੋਂ ਬਗੈਰ ਮੌਤ ਆ ਕਿਵੇਂ ਗਈ, ਆਖੋ ਸਤਨਾਮ ਸ੍ਰੀ। ਸਾਡੇ ਪੁੱਛੇ ਤੋਂ ਬਗੈਰ ਕਹਿੰਦੇ ਮੌਤ ਆ ਕਿਵੇਂ ਗਈ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਉਸ ਪਹਿਰੇਦਾਰ ਨੂੰ ਕਹਿਣ ਲੱਗੇ ਤੂੰ ਜਾ, ਅਸੀਂ ਤੈਨੂੰ ਦੱਸਾਂਗੇ। ਬਾਬਾ ਜੀ ਨੇ ਆਪਣੀ ਅਰਦਾਸ ਕੀਤੀ, ਨੇਤਰ ਬੰਦ ਕੀਤੇ ਤੇ ਪਿਆਰੀ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਾਬਾ ਜੀ ਪਹੁੰਚ ਗਏ। ਕਿਉਂਕਿ ਇਹ ਬਾਬਾ ਜੀ ਦੇ ਬਚਨ ਆ। ਕਹਿੰਦੇ ਰੋਜ਼ ਦਰਗਾਹ ਵਿੱਚ ਜਾਂਦੇ, ਆਖੋ ਸਤਨਾਮ ਸ੍ਰੀ। ਬਾਬਾ ਜੀ ਨਾਂ ਲੈਂਦੇ ਸਨ, ਬਾਬਾ ਅਤਰ ਸਿੰਘ ਜੀ ਮਹਾਰਾਜ ਦਾ। ਬਾਬਾ ਜੀ ਆਪਣਾ ਨਾਮ ਲੈਂਦੇ ਸਨ। ਹੋਰ ਤਿੰਨਾਂ ਚੌਹਾਂ ਮਹਾਂਪੁਰਸ਼ਾਂ ਦੇ ਬਾਬਾ ਜੀ ਕਹਿੰਦੇ ਸਨ ਰੋਜ਼ ਦਰਗਾਹ ਵਿੱਚ ਜਾਂਦੇ ਆ ਹਾਜ਼ਰੀ ਲਵਾਉਣ ਵਾਸਤੇ। ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗਏ, ਬੇਨਤੀ ਕੀਤੀ ਗਰੀਬ ਨਵਾਜ ਕੀਰਤਨ ਤੋਂ ਬੈਠੀਆਂ, ਕੀਰਤਨ ਦਾ ਸਮਾਂ ਹੋ ਗਿਆ ਹੈ, ਕੀਰਤਨ ਵਾਲੀ ਰੂਹ ਆਪ ਜੀ ਦੇ ਚਰਨਾਂ ਵਿੱਚ ਆ ਗਈ ਆ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਹਾਂਪੁਰਖੋ ਲੈ ਜਾਓ, ਆਖੋ ਸਤਨਾਮ ਸ੍ਰੀ। ਮਹਾਂਪੁਰਖੋ ਲੈ ਜਾਓ, ਤੇ ਜਦੋਂ ਤੁਹਾਡਾ ਸਮਾਂ ਆਵੇਗਾ ਨਾ, ਤੁਹਾਡੇ ਤੋਂ 13 ਦਿਨ ਬਾਅਦ ਇਹ ਵਾਪਸ ਆ ਜਾਵੇਗਾ, ਆਖੋ ਸਤਨਾਮ ਸ੍ਰੀ। ਕਹਿੰਦੇ ਜਦੋਂ ਉਹਨੂੰ ਦੁਬਾਰਾ ਜਾ ਕੇ ਆਵਾਜ਼ ਮਾਰੀ ਨਾ ਭਾਈ ਸੰਤਾ ਸਿੰਘ ਨੂੰ, ਉਹ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉੱਠ ਕੇ ਬੈਠ ਗਿਆ। ਇਸ਼ਨਾਨ ਕੀਤਾ, ਨਿਤਨੇਮ ਕੀਤਾ, ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਤੇ ਕੀਰਤਨ ਤੋਂ ਬਾਅਦ ਜਦੋਂ ਸਮਾਪਤੀ ਹੋਈ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਉਹਨੂੰ ਰਿਖੀ ਜੀ ਬਾਬਾ ਜੀ ਕਹਿੰਦੇ ਸਨ। ਬਾਬਾ ਜੀ ਕਹਿਣ ਲੱਗੇ ਸੰਤਾ ਸਿਆ ਸੁਣਾ ਫਿਰ ਕਿੱਥੇ ਚਲੇ ਗਿਆ ਸੀ। ਉਹਨੇ ਫਿਰ ਸਾਰੀ ਸੰਗਤ ਨੂੰ ਦੱਸਿਆ। ਕਹਿਣ ਲੱਗਾ ਹਾਲੀ ਮੇਰੀ ਰੂਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪਹੁੰਚੀ ਸੀ ਤਾਂ ਬਾਬਾ ਨੰਦ ਸਿੰਘ ਜੀ ਪਹੁੰਚ ਗਏ, ਆਖੋ ਸਤਨਾਮ ਸ੍ਰੀ। ਫਿਰ ਉਹਨੇ ਸਾਰੀ ਵਿਥਿਆ ਦੱਸੀ। ਇਹ ਵੀ ਦੱਸਿਆ ਕਿ ਬਾਬਾ ਜੀ ਤੋਂ 13 ਦਿਨ ਬਾਅਦ ਮੈਂ ਵਾਪਸ ਚਲੇ ਜਾਣਾ। ਔਰ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੋਂ ਬਾਅਦ ਦੁਸਹਿਰਾ ਕਰਕੇ ਤੀਸਰੇ ਦਿਨ ਜਦੋਂ 13ਵਾਂ ਦਿਨ ਹੋਇਆ ਨਾ, ਪਿਆਰੀ ਸਾਧ ਸਿੰਘ ਸੱਚਖੰਡ ਦੇ ਅੱਗੇ ਚਾਦਰ ਲੈ ਕੇ ਲੰਬਾ ਪੈ ਗਿਆ, ਸਰੀਰ ਛੱਡ ਦਿੱਤਾ। ਇਹੋ ਜਿਹੇ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀਆਂ ਬਖਸ਼ਿਸ਼ਾਂ ਦਾ ਆਪਾਂ ਆਨੰਦ ਮਾਣ ਰਹੇ ਹਾਂ, ਆਖੋ ਸਤਨਾਮ ਸ੍ਰੀ। ਆ ਆਨੰਦ ਇਹ ਬਾਬਾ ਜੀ ਨੇ ਬਖਸ਼ਿਆ ਹੈ, ਨਹੀਂ ਤੇ ਜੰਗਲਾਂ ਦੇ ਵਿੱਚ ਕੌਣ ਆਉਂਦਾ ਸੀ। ਪਰ ਬਾਬਾ ਜੀ ਨੇ ਬਚਨ ਕੀਤੇ ਆ। ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਆ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨ ਪਏ ਆ। ਉਹਨਾਂ ਦੇ ਚਰਨ ਪੈਣ ਦਾ ਸਦਕਾ ਇੱਥੇ ਭਾਗ ਲੱਗੇ ਨੇ। ਆਪ ਹਰ ਸੰਗਰਾਂਦ ਤੇ ਆਉਂਦੇ ਹੋ, ਆਨੰਦ ਮਾਣਦੇ ਹੋ। ਇੱਥੋਂ ਦੀਆਂ ਘੜੀਆਂ ਨੂੰ ਪੱਲੇ ਬੰਨ੍ਹ ਕੇ ਲੈ ਜਾਇਆ ਕਰੋ। ਇਹੀ ਘੜੀਆਂ ਨੇ ਦਰਗਾਹ ਦੇ ਵਿੱਚ ਆਪਣੀ ਸਹਾਇਤਾ ਕਰਨੀ ਆ, ਬਾਂਹ ਫੜਨੀ। ਕਬੀਰ
ਏਕ ਘੜੀ ਆਦੀ ਘਰੀ ਆਦੀ ਹੀ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ। ਆ ਘੜੀਆਂ ਦਾ ਆਨੰਦ ਜਿਹੜਾ ਕੋਈ ਵਿਸ਼ਵਾਸ ਬਣਾ ਕੇ ਲੈ ਜਾਊਗਾ, ਜਿਵੇਂ ਮੈਂ ਆਪ ਜੀ ਨੂੰ ਸਾਖੀ ਸੁਣਾਈਆਂ, ਵਿਸ਼ਵਾਸ ਦੇ ਨਾਲ ਬੇੜੇ ਪਾਰ ਹੁੰਦੇ ਆ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਉਤਾਰ। ਕਲਗੀਧਰ ਸੱਚੇ ਪਾਤਸ਼ਾਹ ਦਾ ਵੀ ਇੱਕ ਫੈਸਲਾ ਹੈ, ਉਹਨਾਂ ਦਾ ਹੁਕਮ ਹੈ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪਾਏ। ਸੋ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਇਹ ਬਖਸ਼ੀਸ਼ਾਂ ਲੈ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਇਹ ਸਮਾਂ ਸਦਾ ਸਾਡੇ ਵਾਸਤੇ ਬਣਿਆ ਰਵੇ। ਗੁਰੂ ਸਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਪਿਆਰੀ ਸਾਧ ਸੰਗਤ, ਕੀ ਹੋਵੇਗਾ? ਇਹ ਲੋਕ ਸੁਖੀਏ ਪਰ ਲੋਕ ਸਹੀਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਇਸੇ ਸ਼ਬਦ ਨੂੰ ਆਪਾਂ ਦੁਬਾਰਾ ਪੜ੍ਹੀਏ, ਫਿਰ ਇੱਕ ਧਾਰਨਾ, ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਲਾ ਕੇ ਆਪਾਂ ਸਮਾਪਤੀ ਕਰਾਂਗੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਗਿਆਨ ਧਿਆਨ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ